ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਤਮਿਲਨਾਡੂ ਦਿਖਾ ਰਿਹਾ ਹੈ ਨਵੇਕਲਾ ਰਾਹ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਦੇਸ਼ ਵਿੱਚ ਕਰੋਨਾ ਮਹਾਮਾਰੀ ਜਿਹੜਾ ਹੈ ਹੋਰ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਭਾਵੇਂ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ, ਪਰ ਮੌਤ ਦਰ ਜਿਹੜੀ ਆ ਉੱਥੇ ਹੀ ਖੜੀ ਹੈ ਜਿੱਥੇ ਉਹ ਪਹਿਲਾਂ ਸੀਗੀ, ਬਲਕਿ ਮੌਤਾਂ ਦੀ ਦਰ ਵੱਧਦੀ ਜਾ ਰਹੀ ਹੈ। ਇਸ ਦੌਰਾਨ ਵੱਖ-ਵੱਖ ਸੂਬਿਆਂ ਵੱਲੋਂ ਆਪਣੇ ਲੈਵਲ 'ਤੇ ਜਿਹੜੇ ਹੈਗੇ ਫੈਸਲੇ ਲਏ ਜਾ ਰਹੇ ਨੇ, ਪਰ ਇਸੇ ਦੌਰਾਨ ਤਮਿਲਨਾਡੂ ਸਰਕਾਰ ਵੱਲੋਂ ਲਏ ਗਏ ਫੈਸਲੇ ਜਿਹੜੇ ਦੇਸ਼ ਭਰ 'ਚ ਚਰਚਾ ਹੋ ਰਹੀ ਹੈ ਵੀ ਕਿ ਉਹਨਾਂ ਨੇ ਰੋਕਥਾਮ ਲਈ ਜਿਹੜਾ ਹੈਗਾ ਇੱਕ ਨਵੇਕਲਾ ਕਦਮ ਚੁੱਕਿਆ। ਅਸੀਂ ਜਾਣਨਾ ਚਾਹਾਂਗੇ ਤਮਿਲਨਾਡੂ ਸਰਕਾਰ ਅਜਿਹਾ ਕੀ ਕਰ ਰਹੀ ਹੈ ਵੀ ਕਿ ਉੱਥੇ ਜਿਹੜੇ ਨਤੀਜੇ ਬਹੁਤ ਵਧੀਆ ਸਾਹਮਣੇ ਆ ਰਹੇ ਨੇ। ਜੇ ਇਹ ਬਹੁਤ ਵਧੀਆ ਕਦਮ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ। ਅਸਲ ਦੇ ਵਿੱਚ ਬੜਾ ਲੈਵਲ 'ਤੇ ਜਿਵੇਂ ਕਰੋਨਾ ਨਾਲ ਪਹਿਲਾਂ ਨਿਪਟਣ ਦੇ ਲਈ ਕੇਰਲਾ ਨੇ ਬਹੁਤ ਇੱਕ ਮਹੱਤਵਪੂਰਨ ਕੰਮ ਕੀਤਾ ਔਰ ਇਹ ਮੰਨਿਆ ਵੀ ਜਾ ਰਿਹਾ ਕਿ ਕੇਰਲਾ ਦੇ ਵਿੱਚ ਜੇ ਲੈਫਟ ਦੀ ਸਰਕਾਰ ਦੁਬਾਰਾ ਆਈ ਹੈ ਤਾਂ ਉਹਦੇ ਪਿੱਛੇ ਇੱਕ ਇਹ ਕਾਰਨ ਵੀ ਹੈ ਕਿ ਕਰੋਨਾ ਦਾ ਹੈਲਥ ਦਾ ਸਿਸਟਮ ਜਿਹੜਾ ਉਹਨਾਂ ਦਾ ਬਿਹਤਰ ਸੀ, ਜਿਸ ਢੰਗ ਨਾਲ ਉਹਨਾਂ ਨੇ ਪਹਿਲਾਂ ਟਰੈਕ ਕੀਤਾ ਅਤੇ ਫਿਰ ਉਹਨੂੰ ਰੋਕਿਆ, ਰੋਕਥਾਮ ਕੀਤੀ। ਅਤੇ ਹੁਣ ਇਹਦੇ 'ਚ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਜੇ ਐਡੇ ਵੱਡੀ ਇਹ ਸਮੱਸਿਆ ਹੈ ਤਾਂ ਇਸ ਸਮੱਸਿਆ ਦੇ ਵਿੱਚ ਸਾਰੇ ਸਮਾਜ ਦੀ ਸ਼ਮੂਲੀਅਤ ਦੀ ਲੋੜ ਹੈ। ਔਰ ਸਾਡੇ ਜਿਹੜਾ ਇਲਜ਼ਾਮ ਲੱਗ ਰਿਹਾ ਹੈ, ਚਾਹੇ ਉਹ ਪ੍ਰਧਾਨ ਮੰਤਰੀ 'ਤੇ ਲੱਗ ਰਿਹਾ ਹੈ ਦੇਸ਼ ਦੇ ਵਿੱਚ, ਚਾਹੇ ਉਹ ਵੱਖ-ਵੱਖ ਚੀਫ ਮਿਨਿਸਟਰਾਂ 'ਤੇ ਵੀ ਲੱਗ ਰਿਹਾ ਕਿੰਨੇ ਜਗ੍ਹਾ, ਉਹ ਇਹ ਲੱਗ ਰਿਹਾ ਕਿ ਉਹ ਅਜੇ ਇਸ ਮਾਨਸਿਕਤਾ ਲਈ ਤਿਆਰ ਹੀ ਨਹੀਂ। ਉਹ ਵੀ ਦੂਜਿਆਂ ਦੀ ਰਾਏ ਲਈ ਜਾਣੀ ਚਾਹੀਦੀ ਹੈ, ਦੂਜਿਆਂ ਨੂੰ ਸਹਿਮਤ ਕਰਾਉਣਾ ਚਾਹੀਦਾ ਹੈ ਜਾਂ ਬਾਕੀ ਲੋਕਾਂ ਨਾਲ ਮਿਲ ਕੇ ਇੱਕ ਕੰਮ ਕਰਨਾ ਚਾਹੀਦਾ। ਔਰ ਉਹ ਆਪਣੇ ਢੰਗ ਨਾਲ ਹੀ ਕੰਮ ਜੋ ਵੀ ਹੈ ਵੀ ਜੋ ਮੈਨੂੰ ਲੱਗਦਾ ਮੈਂ ਉਵੇਂ ਹੀ ਕੰਮ ਕਰੀ ਜਾ ਰਿਹਾ। ਜਿਵੇਂ ਚੀਫ ਮਿਨਿਸਟਰਾਂ ਨੇ ਕਿਹਾ ਕਿੰਨਿਆਂ ਨੇ ਕਿ ਸਾਡੀ ਗੱਲ ਵੀ ਨਹੀਂ ਪ੍ਰਧਾਨ ਮੰਤਰੀ ਨੇ ਸੁਣੀ, ਆਪਣੀ ਕਹੀ ਹੈ, ਜਾਂ ਆਪਣੀ ਕੈਬਨਿਟ ਦੇ ਵਿੱਚ ਵੀ ਕੋਈ ਗੱਲ ਡਿਸਕਸ ਕਰਕੇ ਚਰਚਾ ਕਰਕੇ ਗੱਲ ਨਹੀਂ ਹੋ ਰਹੀ। ਔਰ ਜਾਂ ਵੱਖ-ਵੱਖ ਹੋਰ ਪਾਰਟੀਆਂ, ਇਹ ਮੰਗ ਵੀ ਬੜੀ ਵਾਰ ਉੱਠੀ ਹੈ ਦੇਸ਼ ਦੇ ਵਿੱਚ, ਉੱਠ ਰਹੀ ਹੈ ਕਿ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਹੋਰ ਜਿਹੜੀਆਂ ਧਿਰਾਂ ਨੇ ਉਹਨਾਂ ਨਾਲ ਵੀ ਗੱਲ ਕਰੋ, ਮਾਹਰਾਂ ਨਾਲ ਵੀ ਗੱਲ ਕਰੋ, ਸਾਰਿਆਂ ਦੀ ਇੱਕ ਗੱਲ ਹੈ। ਪਰ ਤਮਿਲਨਾਡੂ ਦੇ ਚੀਫ ਮਿਨਿਸਟਰ ਨੇ ਇਹ ਕੀਤਾ ਕਿ ਉਹ ਕਹਿੰਦਾ ਵੀ ਲਾਕਡਾਊਨ ਵਧਾਉਣਾ ਹੈ, ਨਹੀਂ ਵਧਾਉਣਾ, ਕਿਹੜਾ ਤਰੀਕਾ ਕਰਨਾ ਹੈ, ਕਿਵੇਂ ਵੈਕਸੀਨੇਸ਼ਨ ਹੈ, ਜੋ ਸਾਰੀਆਂ ਚੀਜ਼ਾਂ ਨੇ ਵਿਉਂਤਬੰਦੀ ਹੈ। ਉਹਦੇ 'ਚ ਪਹਿਲਾਂ ਸਾਰੀਆਂ ਪਾਰਟੀਆਂ ਦੇ MLA ਜਿਹਨੂੰ ਇਕੱਠੇ ਕਰਕੇ ਤੁਸੀਂ ਦੱਸੋ ਕੀ ਰਾਏ ਹੈ। ਇੱਕ ਦਿਨ ਪਹਿਲਾਂ ਉਹਨਾਂ ਨਾਲ ਰਾਏ ਕਰਦਾ, ਫਿਰ ਅਗਲੇ ਦਿਨ ਉਹ ਐਕਸਪਰਟਸ ਨਾਲ ਰਾਏ ਕਰਦਾ, ਫਿਰ ਉਸ ਤੋਂ ਬਾਅਦ ਸੋਚਿਆ ਜਾਂਦਾ ਕਿ ਲਾਕਡਾਊਨ ਵਧਣਾ ਹੈ ਜਾਂ ਕਿੰਨਾ ਵਧਣਾ ਹੈ ਜਾਂ ਕਿੰਨਾ ਨਹੀਂ ਵਧਣਾ, ਕਿਹਦੀ ਕੀ ਸਮੱਸਿਆ ਆਏਗੀ। ਇੱਕ ਤਰੀਕਾ ਹੈ ਜਿਹੜਾ ਰਸਤਾ ਹੈ, ਇਹ ਰਸਤੇ ਦੀ ਪਰਹੇਜ਼ ਹੋ ਰਹੀ ਹੈ ਕਿ ਰਸਤਾ ਚੰਗਾ ਰਸਤਾ ਹੈ ਕਿ ਤੁਸੀਂ ਸਭ ਨੂੰ ਮਤਲਬ ਹੋਸ਼ੀ ਸਿਆਸਤ ਨਹੀਂ ਕਰ ਰਹੇ ਕਿ ਮੈਂ ਐਂ ਕਰ ਰਿਹਾ। ਫਿਰ ਸਾਡੇ ਕੀ ਹੋ ਜਾਂਦਾ, ਫਿਰ ਵਿਰੋਧੀ ਧਿਰ ਚੱਕ ਕੇ ਉੱਥੇ ਪ੍ਰੈਸ ਕਾਨਫਰੰਸਾਂ ਕਰੀਆਂ, ਐਂ ਨਹੀਂ ਕਰ ਰਹੇ ਸਰਕਾਰ, ਉਹ ਨਹੀਂ ਕਰ ਰਹੀ, ਉਹ ਨਹੀਂ ਕਰ ਰਹੀ। ਕਿਉਂਕਿ ਇਹ ਗੱਲ ਵੀ ਠੀਕ ਹੈ, ਜਦ ਤੁਸੀਂ ਉਹਨਾਂ ਦੀ ਰਾਏ ਲੈਣ ਲਈ ਤਿਆਰ ਨਹੀਂ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਦੇ। ਈਵਨ ਇੱਦੋਂ ਵੀ ਗੱਲ ਤਾਂ ਅੱਗੇ ਜਾਣ ਦਾ ਸਵਾਲ ਹੈ। ਇੱਕ ਤਾਂ ਇਹ ਹੈ ਕਿ ਜੇ ਇਸ ਮਾਹੌਲ ਦੇ ਵਿੱਚ ਬੱਸਾਂ ਚੱਲਦੀਆਂ ਨੇ ਜਿਹਦੇ 'ਚ ਅੱਧੇ ਬੰਦੇ ਬੈਠ ਸਕਦੇ ਨੇ, ਟ੍ਰੇਨਾਂ ਚੱਲਦੀਆਂ ਨੇ, ਟ੍ਰੇਨ ਤਾਂ ਬਲਕਿ ਭਰੀ ਹੋ ਜਾਂਦੀ ਹੈ ਕਈ ਵਾਰ, ਟ੍ਰੇਨ ਦੇ ਤਾਂ ਕੋਈ ਇਹੋ ਜਿਹਾ ਵੀ ਸਵਾਲ ਨਹੀਂ ਹੈ, ਔਰ ਕਿੰਨੇ ਹੀ ਹੋਰ ਥਾਵਾਂ 'ਤੇ ਬੰਦੇ ਜਾਂਦੇ ਨੇ, ਤਾਂ ਸਪੈਸ਼ਲ ਸੈਸ਼ਨ ਵਿਧਾਨ ਸਭਾਵਾਂ 'ਤੇ ਪਾਰਲੀਮੈਂਟਾਂ ਦੇ ਵਿੱਚ ਬਿਠਾ ਕੇ ਚਰਚਾ ਕਿਉਂ ਨਹੀਂ ਹੋ ਸਕਦੀ। ਬਿਲਕੁਲ, ਇਹ ਲੋਕਾਂ ਨੂੰ ਵੀ ਪਤਾ ਲੱਗੇ ਇੱਕ ਤਾਂ ਪਾਰਦਰਸ਼ੀ ਤਰੀਕੇ ਨਾਲ, ਅਤੇ ਜਿਹੜੇ ਇਹ ਸਵਾਲ ਉੱਠ ਰਹੇ ਨੇ ਸਾਡੇ ਦੇਸ਼ 'ਤੇ ਜਾਂ ਸੂਬਿਆਂ 'ਤੇ ਕਿ ਉਹ ਅੰਕੜੇ ਛੁਪਾ ਰਹੇ ਨੇ ਅਤੇ ਉਹ ਅੰਕੜੇ ਵੀ ਸਾਹਮਣੇ ਆਉਣਗੇ। ਟੈਸਟਿੰਗ ਕਿੰਨੀ ਹੋ ਰਹੀ ਹੈ, ਕੀ ਤੁਸੀਂ ਟੈਸਟਿੰਗ ਪਹਿਲਾਂ ਜਿੰਨੀ ਉਹ ਕਰਕੇ ਕਹਿ ਰਹੇ ਹੋ ਕਿ ਕਰੋਨਾ ਡਾਊਨ ਆ ਗਿਆ, ਜਾਂ ਟੈਸਟਿੰਗ ਹੀ ਘਟਾਤੀ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਕਰੋਨਾ ਡਾਊਨ ਆ ਗਿਆ। ਮਤਲਬ ਤੁਹਾਨੂੰ ਜਿਹੜੀ ਇੱਕ ਇਹ ਗੱਲ ਹੈ, ਜੇ ਵਿਗਿਆਨੀਆਂ ਦਾ ਜਿਹੜਾ ਸਵਾਲ ਹੈ, ਜਿਹੜੇ ਵਿਗਿਆਨੀਆਂ ਨੇ ਲਿਖ ਕੇ ਕਿਹਾ ਸਾਨੂੰ ਅੰਕੜੇ ਤਾਂ ਸਹੀ ਦਿਓ, ਇਹ ਗੱਲਾਂ ਪ੍ਰਤੀ ਜਵਾਬਦੇਹੀ ਜਿਹੜੀ ਲੋਕਾਂ ਦੇ ਪ੍ਰਤੀ ਹੈ, ਦੇਸ਼ ਦੇ ਲੋਕਾਂ ਪ੍ਰਤੀ, ਸੂਬਾ ਸਰਕਾਰਾਂ ਦੀ ਆਪਣੇ ਸੂਬਿਆਂ ਦੇ ਲੋਕਾਂ ਪ੍ਰਤੀ, ਉਹ ਕਿਸੇ ਨਾ ਕਿਸੇ ਰੂਪ 'ਚ ਨਿਭਦੀ ਦਿਖਣੀ ਚਾਹੀਦੀ ਹੈ, ਜਿਹੜੀ ਕਿ ਨਹੀਂ ਦਿਖ ਰਹੀ ਜੀ। ਇਸ ਕਰਕੇ ਇਹ ਰਸਤਾ ਜਿਹੜਾ ਹੈ, ਇੱਕ ਪਹਿਲਾਂ ਤਾਂ ਚਲੋ ਇਹ ਸਾਰੇ ਪਾਰਟੀਆਂ ਦੇ MLA ਨਾਲ ਚੀਫ ਮਿਨਿਸਟਰ ਮੀਟਿੰਗ ਕਰਦਾ, ਇਹ ਇੱਕ ਪਹਿਲ ਕਦਮੀ ਚੰਗੀ ਹੈ, ਪਰ ਉਦੋਂ ਵੀ ਅੱਗੇ ਵਧਾਉਣ ਦੀ ਜ਼ਰੂਰਤ ਹੈ ਵੀ ਇੱਕ ਤਾਂ ਇਸ ਪਾਸੇ ਵੱਲ ਗੱਲ ਚੱਲੇ ਅਸੈਂਬਲੀਆਂ ਦੇ ਵਿੱਚ, ਫਿਰ ਉਦੋਂ ਵੀ ਅੱਗੇ ਜਿਹੜੇ ਹੇਠਲੇ ਚੁਣੇ ਨੁਮਾਇੰਦੇ ਨੇ, ਮੰਨ ਲਓ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਸਾਰਿਆਂ ਦੀ ਮੀਟਿੰਗ ਜ਼ਿਲ੍ਹਿਆਂ ਪੱਧਰਾਂ 'ਤੇ ਹੋਣੀ ਚਾਹੀਦੀ ਹੈ ਕਿ ਤੁਹਾਡੇ ਜ਼ਿਲ੍ਹੇ 'ਚ ਕੀ ਸਿਸਟਮ ਨੇ, ਕਿਵੇਂ ਨੇ, ਸਾਰੇ ਅਧਿਕਾਰੀ ਵੀ ਬੈਠਣ ਅਤੇ ਉਹ ਚੁਣੇ ਹੋਏ ਨੁਮਾਇੰਦੇ ਵੀ ਬੈਠਣ। ਈਵਨ ਤਹਿਸੀਲ ਲੈਵਲ 'ਤੇ ਵੀ, ਪਿੰਡ ਲੈਵਲ 'ਤੇ ਵੀ, ਪੰਚਾਇਤਾਂ ਜਾਂ ਦੂਜੀਆਂ NGO ਜਾਂ ਬਾਕੀ ਜਥੇਬੰਦੀਆਂ, ਉਹ ਸਭ ਦੀ ਜਿਵੇਂ ਜਿਵੇਂ ਸਮੂਲੀਅਤ ਹੋਏਗੀ, ਮਨੁੱਖੀ ਚੇਨ ਇੱਕ ਬਣੇਗੀ, ਤਾਂ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਲਾਜ ਤੋਂ ਬਿਨਾਂ ਹੀ, ਸਾਵਧਾਨੀ ਨਾਲ ਹੀ, ਪ੍ਰੀਵੈਂਸ਼ਨ ਨਾਲ ਹੀ ਉਹ ਹੋ ਜਾਂਦੀਆਂ ਨੇ। ਹੁਣ ਕੀ ਹੈ ਸਭ ਤੋਂ ਬੜਾ ਖਤਰਾ, ਕਿਉਂਕਿ ਲੀਡਰਸ਼ਿਪ ਦਾ ਅਤੇ ਲੋਕਾਂ ਦਾ ਤਾਲਮੇਲ ਨਹੀਂ ਹੈ। ਲੋਕ ਉਹ ਗੱਲ ਮੰਨਣ ਲਈ ਤਿਆਰ ਨਹੀਂ।
ਔਰ ਕਨਫਿਊਜ਼ਨ ਵੀ ਬਹੁਤ ਵੱਡਾ ਹੈ। ਮਤਲਬ ਸਰਕਾਰ ਕਹਿੰਦੀ ਹੈ ਵੈਕਸੀਨ ਲਵਾਓ, ਲੋਕ ਡਰਦੇ ਨੇ। ਹੁਣ ਇੰਨੀਆਂ ਚੀਜ਼ਾਂ ਆ ਜਾਂਦੀਆਂ ਨੇ, ਇਹ ਵੀ ਪ੍ਰਚਲਿਤ ਹੋ ਗਿਆ ਮਾਹੌਲ ਸਾਡੇ ਸਾਹਮਣੇ ਹੈ ਵੀ ਕੋਈ ਫਰਾਂਸ ਦਾ ਜਿਹੜਾ ਵਿਗਿਆਨੀ ਕਹਿ ਰਿਹਾ, ਕੋਈ ਕਿਤੇ ਦਾ ਕਹਿ ਰਿਹਾ, ਕੋਈ ਕਿਤੇ ਦਾ ਵੀ ਵੈਕਸੀਨ ਨਾਲ ਹੀ ਬਲੈਕ ਫੰਗਸ ਹੋਣ ਲੱਗ ਗਈ ਹੈ ਜੀ, ਕਾਲਾ ਫੰਗਸ, ਕਾਲੀ ਫੰਗਸ। ਤਾਂ ਇਹਦੇ ਨਾਲ ਸੁਭਾਵਿਕ ਹੈ ਕਿ ਲੋਕਾਂ 'ਚ ਤਾਂ ਹੋਰ ਡਰ ਪਊਗਾ ਜੀ ਬਿਲਕੁਲ। ਤੇ ਲੋਕਾਂ ਦਾ ਡਰ ਤਾਂ ਦੂਰ ਹੋਊਗਾ ਜੇਕਰ ਤੁਸੀਂ ਗੱਲ ਵਾਜਬ ਤੱਥ ਨਾਲ ਸਾਹਮਣੇ ਰੱਖੋਗੇ ਵਿਗਿਆਨਕ ਤਰੀਕੇ ਦੇ। ਤੇ ਦੂਜੀ ਗੱਲ, ਉਹਨਾਂ ਦੇ ਹੇਠਲੇ ਪੱਧਰ ਤੱਕ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰੋਗੇ, ਸ਼ਾਮਲ ਕਰਕੇ ਉਹਨਾਂ ਦੀ ਜ਼ੁਬਾਨ 'ਚ ਸਮਝਾਉਣਗੇ, ਉਹਨਾਂ ਦਾ ਭਰੋਸਾ ਜਿੱਤਣਗੇ। ਭਰੋਸਾ ਜਿੱਤਣ ਤੋਂ ਬਾਅਦ ਹੀ ਕੋਈ ਗੱਲ ਅੱਗੇ ਤੁਰ ਸਕਦੀ ਹੈ, ਇਹਦੇ ਤੋਂ ਬਿਨਾਂ ਨਹੀਂ ਇਹ ਗੱਲ ਅੱਗੇ ਨਹੀਂ ਤੁਰਨੀ। ਠੀਕ ਹੈ, ਸਮਾਂ ਲੰਘੀ ਜਾਊਗਾ, ਫਿਰ ਤਾਂ ਤੁਸੀਂ ਇਸ ਗੱਲ ਤੇ ਚੱਲ ਰਹੇ ਹੋ, ਕਦੇ ਤਾਂ ਵਾਇਰਸ ਕਮਜ਼ੋਰ ਹੋਊਗਾ, ਫਿਰ ਆਪ ਹੀ ਹਟ ਜਾਊਗਾ। ਪਰ ਉਦੋਂ ਤੱਕ ਜਿਹੜੀ ਜਾਨ ਤੇ ਮਾਲ ਦੀ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਜਦ ਤੱਕ, ਜਿਹੜਾ ਕਿ ਹੋ ਹੀ ਜਾ ਰਿਹਾ ਹੈ, ਇਦੋਂ ਪਹਿਲਾਂ ਵੀ ਹੋਈ ਜਾ ਰਿਹਾ। ਇਸ ਲਈ ਇਸ ਕਦਮ ਤੋਂ ਸਿੱਖਣ ਦੀ ਲੋੜ ਹੈ। ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਸਿੱਖਣ ਦੀ ਲੋੜ ਹੈ ਕਿ ਉਹ ਵਿਰੋਧੀ ਸਾਰਿਆਂ ਨੂੰ ਬੁਲਾ ਕੇ ਕਿਉਂ ਨਹੀਂ ਗੱਲ ਕਰ ਸਕਦੇ। ਹਾਲਾਂਕਿ ਉਹ ਤਾਂ ਆਪਦੀ ਹੀ ਨਹੀਂ ਕਰਦੇ, ਅੰਦਰ ਇੰਨਾ ਕਲੇਸ਼ ਹੈ ਕਿ ਆਪਦੇ ਬੰਦਿਆਂ ਨੂੰ ਹੀ ਨਹੀਂ ਇਕੱਠਿਆਂ ਨੂੰ ਬੁਲਾ ਕੇ ਗੱਲ ਕਰਦੇ। ਪਰ ਸਾਰਿਆਂ ਨੂੰ ਜੇਕਰ ਕਰਨਾ ਸ਼ੁਰੂ ਕਰ ਦੋਗੇ ਤਾਂ ਉਹਦਾ ਅਸਰ ਜਿਹੜਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਲੋਕਾਂ ਦਾ ਜਿਹੜਾ ਮੋਰਲ ਹੈ, ਮਨੋਬਲ ਹੈ, ਉਹ ਮਨੋਬਲ ਉੱਚਾ ਹੋ ਜਾਂਦਾ। ਜਦੋਂ ਮਨੋਬਲ ਉੱਚਾ ਹੋ ਜਾਂਦਾ ਤਾਂ ਬਿਮਾਰੀ ਨਾਲ ਲੜਨ ਦਾ ਜਿਹੜੀ ਤਾਕਤ ਵੱਧ ਜਾਂਦੀ ਹੈ। ਹਮੀਰ ਸਿੰਘ ਜੀ, ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਵੱਲੋਂ ਵਧੀਆ ਸਿਹਤ ਸਹੂਲਤਾਵਾਂ ਦਾ ਜਿਹੜਾ ਪ੍ਰਬੰਧ ਕਰਨ ਦੀ ਥਾਂ ਤੇ ਦੇਸ਼ 'ਚ ਸਿਰਫ ਤਾਲਾਬੰਦੀ ਤੇ ਜ਼ੋਰ ਦਿੱਤਾ ਜਾ ਰਿਹਾ। ਜੇਕਰ ਗੱਲ ਕਰੀਏ ਤਾਂ ਦੇਸ਼ 'ਚ ਕੇਰਲ ਤੋਂ ਲੈ ਕੇ ਦਿੱਲੀ ਤੱਕ ਹਰੇਕ ਸੂਬੇ ਨੇ ਜਿਹੜਾ ਤਾਲਾਬੰਦੀ ਹੋਰ ਵਧਾ ਦਿੱਤੀ ਹੈ। ਕਿਸੇ ਨੇ 1 ਹਫ਼ਤਾ, ਕਿਸੇ ਨੇ 15 ਦਿਨ ਲਈ ਜਿਹੜੇ ਤਾਲਾਬੰਦੀਆਂ ਵਧਾ ਦਿੱਤੀਆਂ। ਅਸੀਂ ਜਾਣਨਾ ਚਾਹਾਂਗੇ ਕਿ ਕਰੋਨਾ ਵਾਇਰਸ ਨੂੰ ਰੋਕਥਾਮ ਲਈ ਤਾਲਾਬੰਦੀ ਇੱਕ ਜਿਹੜਾ ਹੈਗਾ ਹੱਲ ਹੈਗਾ, ਹੋਰ ਕੁਝ ਨਹੀਂ ਹੈ? ਇਹ ਹਮੇਸ਼ਾ ਹੀ ਵਿਵਾਦਤ ਮੁੱਦਾ ਸ਼ੁਰੂ ਤੋਂ ਲੈ ਕੇ। ਇਹ ਤਾਂ ਕਿਹਾ ਜਾਂਦਾ ਸੀ ਕਿ ਜਦੋਂ ਕਰੋਨਾ ਸਟਾਰਟਿੰਗ 'ਚ ਆਇਆ ਸੀ ਪਿਛਲੇ ਸਾਲ, ਜੀ, ਉਦੋਂ ਸਟਾਰਟ 'ਚ ਕੀਤੀ ਤਾਲਾਬੰਦੀ ਦਾ ਕੋਈ ਫਾਇਦਾ ਹੋ ਸਕਦਾ ਸੀ। ਉਹ ਵੀ ਲੇਟ ਕੀਤੀ ਸਾਡੇ ਦੇਸ਼ 'ਚ, ਤਾਂ ਮਾਰਚ 'ਚ ਜਾ ਕੇ ਕੀਤੀ, 22-23 ਮਾਰਚ ਨੂੰ। ਫਰਵਰੀ 'ਚ ਜਦੋਂ ਪਹਿਲੇ ਕੇਸ ਆਏ ਨੇ, ਉਦੋਂ ਕਿਉਂਕਿ ਇਹ ਮੰਨਿਆ ਜਾਂਦਾ ਵੀ ਟਰੈਕ ਕੀਤਾ ਜਾ ਸਕਦਾ ਵੀ ਬੰਦਾ ਕਿਹੜੇ ਕੋਲ ਆਇਆ, ਕਿੰਨਿਆਂ ਨੂੰ ਮਿਲੇ ਆ, ਤਾਂ ਕਿ ਉਨੇ ਬੰਦਿਆਂ ਨੂੰ ਆਈਸੋਲੇਟ ਕਰਕੇ ਉਨੇ ਬੰਦਿਆਂ ਦਾ ਇਲਾਜ ਹੋ ਜੇ ਤਾਂ ਦੂਜਿਆਂ ਤੱਕ ਫੈਲੂਗਾ ਨਹੀਂ। ਪਰ ਹੁਣ ਤਾਂ ਇਹ ਵੀ ਮੰਨਿਆ ਜਾ ਰਿਹਾ ਕਿ ਹੁਣ ਤਾਂ ਕਮਿਊਨਿਟੀ ਸਪਰੈਡ ਹੈ। ਮਤਲਬ ਇਹ ਪਤਾ ਹੀ ਨਹੀਂ ਆ ਕਿਹੜਾ ਬੰਦਾ ਕਿੱਥੇ ਗਿਆ ਸੀ, ਕਿੱਥੇ ਉਹਨੂੰ ਮਤਲਬ ਵਾਇਰਸ ਨਾਲ ਉਹ ਐਕਸਪੋਜ਼ ਹੋਇਆ, ਕਿੱਥੇ ਕੀ ਗੱਲ ਹੋਈ ਹੈ। ਤਾਂ ਉਦੋਂ ਤਾਲਾਬੰਦੀ ਦੇ ਵਿੱਚ ਇੱਕੋ ਹੀ ਗੱਲ ਮਹਿਸੂਸ ਕੀਤੀ ਗਈ ਕਿ ਹੁਣ ਫਿਰ ਇਹ ਕਹਿ ਰਹੇ ਨੇ ਤਾਲਾਬੰਦੀ ਕਰੋ। ਤਾਲਾਬੰਦੀ ਕਰਕੇ ਜਦੋਂ ਰੁਕ ਜਾਣਗੇ ਸਾਰੇ ਦੇ ਸਾਰੇ ਬੰਦੇ ਤਾਂ ਹੌਲੀ ਹੌਲੀ ਹਸਪਤਾਲਾਂ 'ਤੇ ਪ੍ਰੈਸ਼ਰ ਘਟ ਜੂਗਾ। ਕਿਹਾ ਇਹ ਗਿਆ ਰਿਹਾ। ਤਾਲਾਬੰਦੀ ਜੇਕਰ ਲਾਉਣੀ ਵੀ ਹੁੰਦੀ ਹੈ ਤਾਂ ਕਾਹਦੇ ਲਈ ਹੁੰਦੀ ਹੈ? ਉਹ ਹੁੰਦੀ ਹੈ ਕਿ ਉਨੇ ਸਮੇਂ ਦੇ ਦੌਰਾਨ ਤੁਸੀਂ ਪ੍ਰਬੰਧ ਕਰ ਲਓਗੇ, ਬੰਦੋਬਸਤ ਕਰ ਲਓਗੇ, ਆਕਸੀਜਨ ਦਾ ਵੀ ਬੰਦੋਬਸਤ ਕਰ ਲਓਗੇ, ਬੈੱਡਾਂ ਦਾ ਬੰਦੋਬਸਤ ਕਰ ਲਓਗੇ, ਹਸਪਤਾਲ ਖੋਲ੍ਹ ਲਓਗੇ, ਸਟਾਫ ਰੱਖ ਲਓਗੇ। ਪਿਛਲੇ ਸਾਲ 'ਚ ਤਾਂ ਤਾਲਾਬੰਦੀ ਤੋਂ ਬਾਅਦ ਇਹ ਕੁਝ ਨਹੀਂ ਹੋਇਆ ਜੀ। ਐਤਕੀ ਇਸੇ ਕਰਕੇ ਸਾਰੀਆਂ ਸਮੱਸਿਆਵਾਂ ਆਈਆਂ ਨੇ। ਅਤੇ ਹੁਣ ਵੀ ਇਸ ਤਾਲਾਬੰਦੀ ਦੇ ਦੌਰਾਨ ਵੀ ਜਿਹੜੀ ਤੁਸੀਂ ਵਧਾ ਰਹੇ ਹੋ ਮਜਬੂਰੀ, ਤੁਸੀਂ ਕਹਿ ਰਹੇ ਹੋ ਵੀ ਅਜੇ ਵੀ ਰਹਿਣ ਦਿਓ, ਅਜੇ ਵੀ ਮੌਤਾਂ ਜ਼ਿਆਦਾ ਨੇ, ਤਾਂ ਫਿਰ ਤੁਹਾਡੇ ਕੋਲ ਜੇ ਤਾਲਾਬੰਦੀ ਇਹਦਾ ਮਤਲਬ 6 ਮਹੀਨੇ ਚੱਲਦੀ ਰਹੂਗੀ। ਤੁਹਾਡੇ ਕੋਲ ਅੱਜ ਵੀ ਜੇ ਕੋਈ ਪੁੱਛਦਾ ਹੈ, ਤੁਸੀਂ ਕਹਿ ਰਹੇ ਸੀ ਕਿ ਉਦੋਂ ਤੱਕ ਇੰਨੇ ਵੈਕਸੀਨ ਲਾ ਦਾਂਗੇ ਜੀ, ਅਤੇ ਵੈਕਸੀਨ ਹੀ ਹੈ ਨਹੀਂ ਤੁਹਾਡੇ ਕੋਲ। ਸੂਬਾ ਸਰਕਾਰਾਂ ਮੰਗ ਰਹੀਆਂ ਨੇ ਸਾਨੂੰ ਵੈਕਸੀਨ ਦਿਓ, ਅਤੇ ਲੋਕ ਜੇਕਰ ਲਾਈਨਾਂ 'ਚ ਜਾਂਦੇ ਨੇ ਸਾਡੇ ਵੈਕਸੀਨ ਲਾਓ, ਜਿਹੜੇ ਜਾਂਦੇ ਵੀ ਨੇ, ਅਤੇ ਉਹਨਾਂ ਜੋਗੀ ਵੀ ਹੈ ਨਹੀਂ ਤੁਹਾਡੇ ਕੋਲ। ਅਤੇ ਤੁਹਾਡੇ ਕੋਲ ਅੱਜ ਵੀ ਉਨੇ ਬੈੱਡ ਨਹੀਂ, ਅੱਜ ਵੀ ਬਾਕੀ ਚੀਜ਼ਾਂ ਉਹ ਨਹੀਂ, ਉਹ ਪੂਰੀਆਂ ਚੀਜ਼ਾਂ ਜਿਹੜੀਆਂ ਤਿਆਰੀ ਕਰਨੀ ਹੁੰਦੀ, ਉਹ ਤਿਆਰੀ ਦਾ ਤਾਂ ਪੱਖ ਬਹੁਤ ਕਮਜ਼ੋਰ ਹੈ। ਪੈਸੇ ਹੈ ਨਹੀਂ, ਜਿਹਦੇ ਕਰਕੇ ਚੀਫ ਮਿਨਿਸਟਰ ਬਾਰ-ਬਾਰ ਇਹ ਸਾਰੇ ਕਹਿ ਰਹੇ ਸੀਗੇ ਕਿ ਕੇਂਦਰ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ। ਰਿਜ਼ਰਵ ਬੈਂਕ ਦਾ ਇੱਕ ਬਿਆਨ ਆਇਆ ਸੀ 2-3 ਦਿਨ ਪਹਿਲਾਂ ਕਿ 99,122 ਕਰੋੜ ਰੁਪਈਆ ਗੌਰਮੈਂਟ ਆਫ ਇੰਡੀਆ ਨੂੰ ਦੇ ਰਹੀ ਹੈ ਜੀ, ਵਾਧੂ। ਅਤੇ ਉਹ ਪੈਸਾ ਗੌਰਮੈਂਟ ਆਫ ਇੰਡੀਆ ਕੀ ਕਰਦੀ ਹੈ, ਕਿੱਥੇ ਜਾਂਦਾ, ਅਤੇ ਘੱਟੋ ਘੱਟ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਅਤੇ ਜੇ ਉਹ ਪੈਸਾ ਉਹਨਾਂ ਹੈ, ਅਤੇ 35,000 ਕਰੋੜ ਰੁਪਈਆ ਗੌਰਮੈਂਟ ਆਫ ਇੰਡੀਆ ਇਹ ਕਹਿ ਰਹੀ ਸੀ ਕਿ ਅਸੀਂ ਵੈਕਸੀਨ ਲਈ ਰੱਖਿਆ, ਤਾਂ ਉਹ 35,000 ਕਰੋੜ ਰੁਪਈਆ ਦੇ ਕੇ ਕਿੰਨੀ ਵੈਕਸੀਨ ਆਈ, ਉਹ ਫਿਰ ਮਿਲ ਕਿਉਂ ਨਹੀਂ ਰਹੀ, ਅਤੇ ਉਹ ਕਿੱਥੇ ਗਈ? ਇਹ ਸਾਰੇ ਜਿਹੜੇ ਬਾਕੀ ਕੁਐਸਚਨ ਨੇ, ਇਹਨਾਂ ਨੂੰ ਪਿੱਛੇ ਛੁੱਟ ਕੇ ਤੁਸੀਂ ਕੇਵਲ ਤਾਲਾਬੰਦੀ ਕਰਦੇ ਜਾ ਰਹੇ ਹੋ। ਅਤੇ ਉਹ ਇਕੱਲੀ ਤਾਲਾਬੰਦੀ ਨਾਲ ਤਾਂ ਜਿਹੜਾ ਅਸਰ ਪੈਣਾ ਸੋਸਾਇਟੀ 'ਤੇ, ਆਰਥਿਕ ਤੌਰ 'ਤੇ, ਵਿੱਤੀ ਤੌਰ 'ਤੇ, ਮਾਨਸਿਕ ਤੌਰ 'ਤੇ, ਉਹ ਬਹੁਤ ਮਾੜਾ ਅਸਰ ਵੀ ਉਸ ਪੱਧਰ ਦੇ ਉੱਤੇ ਜਾਂਦਾ, ਖਾਸ ਤੌਰ 'ਤੇ ਗਰੀਬ ਵਰਗਾਂ ਲਈ। ਅਤੇ ਉਹ ਜਿਹੜਾ ਇੱਕ ਪਹਿਲੂ ਆ ਉਹਨੂੰ ਦੇਖਿਆ ਜਾਣਾ ਚਾਹੀਦਾ। ਇਹ ਠੀਕ ਹੈ ਕਿ ਅਜੇ ਤਾਲਾਬੰਦੀ ਓਨੀ ਸਖਤ ਨਹੀਂ ਕੀਤੀ, ਇਸੇ ਕਰਕੇ ਉਹਦਾ ਥੋੜ੍ਹਾ ਜਿਹਾ ਫਾਇਦਾ ਵੀ ਹੈ ਮੁਕਾਬਲਤਨ। ਜੇ ਉਹ ਪਹਿਲਾਂ ਵਾਲੇ 2 ਮਹੀਨਿਆਂ ਵਰਗੀ ਤਾਲਾਬੰਦੀ ਕਰ ਦਿਓ ਤਾਂ ਹੁਣ ਨੂੰ ਤਾਂ ਬਹੁਤ ਹਾਹਾਕਾਰ ਮਚ ਜਾਣੀ ਸੀ, ਉਦੋਂ ਵੀ ਜ਼ਿਆਦਾ। ਪਰ ਫਿਰ ਵੀ ਜਿਹੜਾ ਇਹਦਾ ਕੰਟੀਨਿਊ ਅਸਰ ਹੈ ਲਗਾਤਾਰ, ਉੱਧਰ ਦਿਖਾਈ ਨਹੀਂ ਦੇ ਰਿਹਾ ਕੋਈ ਕਦਮ ਉਠਾਏ ਜਾਂਦੇ ਜਿਹੜੇ ਨੇ, ਤਾਂ ਕਿ ਲੋਕਾਂ ਦੀ ਸੰਤੁਸ਼ਟੀ, ਲੋਕਾਂ ਦਾ ਕਾਰੋਬਾਰ, ਲੋਕਾਂ ਦੀ ਰੋਜੀ ਰੋਟੀ ਮਤਲਬ ਬਹਾਲ ਹੋ ਸਕੇ। ਉਸ ਪਾਸੇ ਵੱਲ ਹਜੇ ਤੱਕ ਵਿਉਂਤਬੰਦੀ ਨਹੀਂ ਲੱਗ ਰਹੀ ਜੀ। ਹਮੀਰ ਸਿੰਘ ਜੀ, ਫਿਰ ਵੀ ਤਾਲਾਬੰਦੀ ਦਾ ਜਿਹੜਾ ਹੈਗਾ ਦੇਸ਼ ਦੀ ਅਰਥ ਵਿਵਸਥਾ 'ਤੇ ਬਹੁਤ
ਮਾੜਾ ਅਸਰ ਪੈ ਰਿਹਾ। ਜੇਕਰ ਗੱਲ ਕਰੀਏ, ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਨੇ। ਉਹ ਆਪਣੇ ਜਿਹੜਾ ਕੰਮਕਾਰ ਵਾਲੀ ਥਾਂ ਤੋਂ ਛੱਡ ਕੇ ਵੀ ਕਿ ਸਾਡਾ ਕੰਮਕਾਰ ਖਤਮ ਹੋ ਗਿਆ, ਖਾਣ ਪੀਣ ਨੂੰ ਸਾਡੇ ਕੋਲ ਕੁਝ ਨਹੀਂ ਹੈ, ਉਹ ਆਪਣੇ ਘਰ ਨੂੰ ਜਿਹੜਾ ਹੈਗਾ ਜਨਮ ਭੂਮੀ ਵੱਲ ਜਿਹੜਾ ਹੈਗਾ ਮੁੜ ਪੈਰ ਕਰਨੇ ਸ਼ੁਰੂ ਕਰਤੇ ਨੇ। ਇਸੇ ਤਰ੍ਹਾਂ ਪਿਛਲੇ ਸਾਲ ਹੋਇਆ ਸੀ। ਅਸੀਂ ਜਾਣਨਾ ਚਾਹਾਂਗੇ ਵੀ ਕਿ ਸਰਕਾਰ ਇਹਨਾਂ ਨੂੰ ਰੋਕਣ 'ਚ ਕਾਮਯਾਬ ਕਿਉਂ ਨਹੀਂ ਹੋ ਪਾ ਰਹੀ। ਪਿਛਲੇ ਸਾਲ ਕਰੋੜਾਂ ਦੀ ਹਾਲਤ 'ਚ ਮਤਲਬ ਕਰੋੜਾਂ ਦੀ ਗਿਣਤੀ 'ਚ ਬੰਦੇ ਦੇਖੇ ਗਏ। ਐਤਕੀ ਉਹ ਲੱਖਾਂ ਐਂ ਤਾਂ ਨਹੀਂ ਦਿਖਦੇ, ਕਿਉਂਕਿ ਐਤਕੀ ਟਰਾਂਸਪੋਰਟੇਸ਼ਨ ਬੰਦ ਨਹੀਂ ਕੀਤੀ, ਟ੍ਰੇਨਾਂ ਤੇ ਬੱਸਾਂ ਨਹੀਂ, ਜਿਹਨੂੰ ਜਾਣਾ ਚਲਾ ਜਾਂਦਾ ਹੈ। ਪਰ ਹੁਣ ਇੱਕ ਫਿਗਰ ਆਈ ਹੈ ਕਿ ਦਿੱਲੀ 'ਚੋਂ ਐਸੇ ਪਹਿਲੇ ਮਹੀਨੇ ਦੇ ਦੌਰਾਨ ਜਦੋਂ ਲਾਕਡਾਊਨ ਸ਼ੁਰੂ ਹੋਇਆ ਅਪ੍ਰੈਲ ਤੇ 14 ਮਈ ਤੱਕ ਦੇ ਵਿੱਚ, ਤੇ ਉਹਦੇ 4 ਹਫ਼ਤਿਆਂ ਦੇ ਦੌਰਾਨ ਹੀ 8 ਲੱਖ ਬੰਦਾ ਕੇਵਲ ਦਿੱਲੀ ਤੋਂ ਆਪਣੇ ਘਰਾਂ ਨੂੰ ਵਾਪਸ ਪਰਤ ਗਿਆ। ਹੋਰਾਂ ਜਿਹੜੇ ਸੂਬਿਆਂ ਦੇ ਬੰਦੇ ਆਏ ਹੋਏ ਸੀ। ਤੇ ਇਹਦਾ ਮਤਲਬ ਕੀ ਹੋਇਆ ਕਿ ਉਹ ਲੱਖਾਂ ਬੰਦਾ ਜਿਹੜਾ ਜਾ ਰਿਹਾ ਹੈ, ਉਹਨੂੰ ਇਹ ਲੱਗ ਰਿਹਾ ਕਿ ਉਹਦਾ ਰੁਜ਼ਗਾਰ ਛੁੱਟ ਗਿਆ। ਰੁਜ਼ਗਾਰ ਛੁੱਟ ਗਿਆ ਤੇ ਉਹਦੇ ਕੋਲ ਰਿਹਾਇਸ਼ ਲਈ, ਖਾਣੇ ਲਈ ਬਾਕੀ ਪ੍ਰਬੰਧ ਨਹੀਂ। ਔਰ ਇਹ ਦਿੱਲੀ ਦੀ ਗੱਲ ਹੈ। ਇਹਦਾ ਮਤਲਬ ਇਹ ਹੈ ਕਿ ਜੇ ਦਿੱਲੀ 'ਚ ਇਹ ਲਾਕਡਾਊਨ ਦਾ ਅਸਰ ਹੈ ਤਾਂ ਪੂਰੇ ਦੇਸ਼ 'ਚ ਵੀ ਇਹੀ ਅਸਰ। ਉਹ ਅੰਕੜੇ ਤਾਂ ਸਾਡੇ ਸਾਹਮਣੇ ਆ ਨਹੀਂ ਰਹੇ, ਅੰਕੜੇ ਤਾਂ ਕੋਈ ਦੇ ਨਹੀਂ ਰਿਹਾ ਕਿ ਕਿੱਥੋਂ ਕਿੰਨੇ ਚਲੇ ਗਏ, ਕਿੱਥੋਂ ਕਿੰਨੇ ਚਲੇ ਗਏ। ਔਰ ਜਿੱਥੋਂ ਦਾ ਇੱਕ ਆ ਜਾਂਦਾ ਉਹਨੂੰ ਮੇਲ ਕੇ ਹੀ ਤੁਸੀਂ ਦੇਖ ਸਕਦੇ ਹੋ ਬਾਕੀ ਕਿ ਬਾਕੀ ਜਗ੍ਹਾ ਤੋਂ ਵੀ ਗਏ ਨੇ। ਪੰਜਾਬ ਦੀਆਂ ਵੀ ਪਹਿਲੇ ਦਿਨਾਂ 'ਚ ਖਬਰਾਂ ਛਪੀਆਂ ਸੀ ਕਿ ਜਾਣੇ ਸ਼ੁਰੂ ਹੋ ਗਏ ਨੇ, ਜਲੰਧਰ ਤੋਂ, ਲੁਧਿਆਣੇ ਤੋਂ, ਵੱਖ-ਵੱਖ ਥਾਵਾਂ ਤੋਂ ਕਾਫੀ ਜਿਹੜੇ ਪ੍ਰਵਾਸੀ ਮਜ਼ਦੂਰ ਨੇ। ਹੁਣ ਗੱਲ ਇੱਕ ਹੋਰ ਸੀ ਇਹਦੇ ਨਾਲ ਜੁੜੀ ਹੋਈ, ਜਿਹੜੀ ਬਿਲਕੁਲ ਦੋਨਾਂ ਦਾ ਤਾਲਮੇਲ ਹੈ। ਜੇ ਤੁਸੀਂ ਤਾਲਾਬੰਦੀ ਕਰਦੇ ਹੋ, ਜੇ ਕੁਛ ਵਿੱਤੀ ਹਾਲਤ ਡਾਊਨ ਆਉਂਦੀ ਹੈ, ਜੇ ਕਾਰੋਬਾਰ ਖੜ੍ਹਦੇ ਨੇ, ਤਾਂ ਲੋਕਾਂ ਦੀ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਹੈ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣੇ। ਬਿਲਕੁਲ। ਤੇ ਉਹਨਾਂ ਦੇ ਖਾਤਿਆਂ 'ਚ ਕੋਈ 2000, ਕੋਈ 4000, ਕੋਈ 1000, ਕੋਈ 5000 ਪਹਿਲਾਂ ਜਿਹੜਾ ਇੱਕ ਸਿਸਟਮ ਜਿਹਾ ਕਰਦੇ ਸੀ, ਹੁਣ ਉਹ ਦਿਖਾਈ ਨਹੀਂ ਦੇ ਰਿਹਾ। ਉਹਦੀ ਕੋਈ ਬੇਅੰਤਬੰਦੀ ਨਹੀਂ। ਜੇ ਉਹਨਾਂ ਨੂੰ ਇੱਥੇ ਰੱਖਣਾ ਸੀ, ਤੁਸੀਂ ਮਹੀਨਾ ਰਹੋ, ਮਹੀਨਾ ਤਾਲਾਬੰਦੀ, ਇਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਊਗਾ, ਤਾਂ ਉਹਨਾਂ ਦੀ ਘੱਟੋ ਘੱਟ ਇਹ ਤਾਂ ਕਰਨਾ ਚਾਹੀਦਾ ਸੀ ਨਾ ਕਿ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਓ। ਬਿਲਕੁਲ। ਖਾਤਿਆਂ 'ਚ ਪੈਸੇ ਸੂਬਾ ਸਰਕਾਰ ਪਾਵੇ, ਕੇਂਦਰ ਸਰਕਾਰ ਪਾਵੇ, ਕੌਣ ਪਾਏਗਾ? ਉਹਨਾਂ ਦੀ ਆਪਸੀ ਉਹ ਲੜਾਈ ਹੈ, ਪਾਉਣ ਦੀ ਕੋਈ ਬੰਦੋਬਸਤ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਸਾਡਾ ਉਹਨਾਂ ਬੰਦਿਆਂ ਦੀਆਂ ਉਸ ਪੱਧਰ 'ਤੇ ਜਾਨਾਂ ਜਿਨ੍ਹਾਂ ਦੀਆਂ ਜਾ ਰਹੀਆਂ ਨੇ ਉਹ ਵੀ ਜਾ ਰਹੀਆਂ ਨੇ, ਤੇ ਜਿਹੜੇ ਅੱਗੇ ਲੰਮੇ ਸਮੇਂ 'ਚ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਣਗੀਆਂ, ਮਤਲਬ ਇਸ ਕਾਰਨ ਕਰਕੇ ਕਿ ਖਾਦ ਖੁਰਾਕ ਨਹੀਂ ਮਿਲ ਰਹੀ, ਭੁੱਖਮਰੀ ਦਾ ਸ਼ਿਕਾਰ ਨੇ, ਬਾਕੀ ਦੀਆਂ ਉਹਦੀ ਜਿਹੜੀ ਲਾਗਤ ਹੈ ਉਹ ਅਸੀਂ ਅਜੇ ਅੰਦਾਜ਼ਾ ਨਹੀਂ ਲਾ ਰਹੇ ਕਿ ਕਿੰਨੀ ਲਾਗਤ ਹੈ। ਉਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਗਰੀਬ ਲੋਕਾਂ ਨੂੰ ਪੈਸਾ ਦਿੱਤਾ ਜਾਏ ਤੇ ਉਹ ਪੈਸੇ ਨਾਲ ਆਪਣੀ ਜ਼ਿੰਦਗੀ ਚਲਾਉਣ, ਤਾਂ ਕਿ ਉਦੋਂ ਬਾਅਦ ਇੱਕ ਉਹ ਪੈਸੇ ਨਾਲ ਜ਼ਿੰਦਗੀ ਚਲਾਉਣ ਦਾ ਮਤਲਬ ਇਹ ਵੀ ਹੈ ਕਿ ਤੁਹਾਡਾ ਬਾਜ਼ਾਰ ਵੀ ਚੱਲਦਾ ਰਹਿੰਦਾ। ਜੇ ਉਹਨਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਉਹ ਮਾਰਕੀਟ 'ਚ ਖਰਚਣਗੇ, ਤਾਂ ਕੋਈ ਚੀਜ਼ ਲਊਗਾ। ਇਹਦਾ ਮਤਲਬ ਮੱਧ ਵਰਗ ਦੇ ਬਾਜ਼ਾਰ 'ਤੇ ਵੀ ਉਹਦਾ ਅਸਰ ਪੈਂਦਾ। ਉਹ ਇਕੱਲੇ ਗਰੀਬਾਂ ਦਾ ਕੁਐਸਚਨ ਨਹੀਂ, ਉਹ ਸਮਾਜ ਦੀ ਲੋੜ ਦਾ ਸਵਾਲ ਹੈ, ਇਕੱਲੇ ਗਰੀਬ ਦੇ ਢਿੱਡ ਭਰਨ ਦਾ ਸਵਾਲ ਨਹੀਂ ਹੈ। ਇਸ ਗੱਲ ਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਹੈ ਜਿਹੜੀ ਬੇਧਿਆਨੀ ਹੈ ਫਿਲਹਾਲ। ਹਮੀਰ ਸਿੰਘ ਜੀ, ਇੱਕ ਵੈਕਸੀਨੇਸ਼ਨ ਨੂੰ ਲੈ ਕੇ ਜਿਹੜਾ ਵੱਡਾ ਸਵਾਲ ਖੜਾ ਹੋ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ ਵੀ ਦੇਸ਼ ਦੇ ਸਾਰੇ ਲੋਕ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਕਰਾਓ, ਵੈਕਸੀਨ ਲਵਾਓ। ਉਹ ਸੂਬਿਆਂ ਨੂੰ ਵੀ ਕਹਿ ਰਹੇ ਨੇ ਵੀ ਕਿ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨ ਕੀਤੀ ਜਾਵੇ, ਜਦ ਕਿ ਜਿੰਨੀ ਲੋੜ ਵੈਕਸੀਨੇਸ਼ਨ ਦੀ ਹੈਗੀ ਹੈ ਉਹਦੀ ਖਪਤ ਉਨੀ ਸੂਬਿਆਂ ਤੱਕ ਨਹੀਂ ਪਹੁੰਚ ਪਾ ਰਹੀ। ਅਤੇ ਸੂਬਾ ਸਰਕਾਰਾਂ ਵੀ ਇਹ ਲਾਂਭੇ ਦੇ ਰਹੀਆਂ ਨੇ ਵਾਰ-ਵਾਰ ਵੀ ਕਿ ਸਾਨੂੰ ਜਿੰਨੀ ਲੋੜ ਹੈ ਸਾਡੇ ਤੱਕ ਉਨੀ ਵੈਕਸੀਨੇਸ਼ਨ ਪਹੁੰਚ ਹੀ ਨਹੀਂ ਪਾ ਰਹੀ, ਤਾਂ ਅਸੀਂ ਇੰਨੀ ਵੈਕਸੀਨੇਸ਼ਨ ਕਿੱਥੋਂ ਕਰੀਏ? ਸਾਰੇ ਵੈਕਸੀਨੇਸ਼ਨ ਸੈਂਟਰਾਂ 'ਤੇ ਭੀੜ ਲੱਗੀ ਹੋਈ ਹੈ ਲੋਕਾਂ ਦੀ। ਪਹਿਲਾਂ 45 ਸਾਲ ਤੋਂ ਵੱਧ ਉਮਰ ਵਾਲਿਆਂ ਦੇ, ਹੁਣ 18 ਤੋਂ 45 ਵਾਲਿਆਂ ਦੀ ਗੱਲ ਕਰੀਏ, ਉਹਨਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ ਵੱਡੀ ਗਿਣਤੀ 'ਚ। ਲੋਕ ਲਾਈਨਾਂ 'ਚ ਖੜ੍ਹੇ ਨੇ ਵੀ ਕਿ ਜਿੰਨਾ ਉਹ ਵੈਕਸੀਨੇਸ਼ਨ ਨੂੰ ਫਾਇਦਾ ਮਿਲੇਗਾ, ਸ਼ਾਇਦ ਇੰਨੀ ਭੀੜ 'ਚ ਕਿਤੇ ਨੁਕਸਾਨ ਨਾ ਹੋ ਜੇ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸੇ ਕਰਕੇ ਹੀ ਤਾਂ ਇਹ ਸਵਾਲ ਉੱਠ ਰਹੇ ਨੇ ਨਾ ਬਾਰ-ਬਾਰ ਕਿ ਤੁਸੀਂ ਬਿਆਨ ਵੱਡੇ ਦੇ ਦਿੰਦੇ ਹੋ, ਤੁਹਾਡੇ ਕੋਲ ਜਿਹੜੇ ਗਰਾਊਂਡ 'ਤੇ ਹਕੀਕਤ ਦੇ ਤੌਰ 'ਤੇ ਉਹ ਚੀਜ਼ਾਂ ਨਹੀਂ ਵਾਪਰਦੀਆਂ ਹੁੰਦੀਆਂ। ਔਰ ਗਰਾਊਂਡ ਤਾਂ ਜਿਵੇਂ ਬਹੁਤ ਵੱਡੇ ਤੁਸੀਂ ਕਹਿਤਾ ਅਸੀਂ ਪੂਰੀ ਦੁਨੀਆ ਨੂੰ ਬਚਾਵਾਂਗੇ, ਵਿਸ਼ਵ ਗੁਰੂ ਹਾਂ ਅਸੀਂ, ਦੂਜੇ ਦੇਸ਼ਾਂ ਦੀ ਜਾਨ ਬਚਾਵਾਂਗੇ, ਵੈਕਸੀਨ ਦਿਆਂਗੇ। ਜਦ ਕਿ ਅਸਲੀਅਤ ਪਤਾ ਲੱਗੀ ਹੈ ਕਿ ਜਿਹੜੀ ਵੈਕਸੀਨ ਵੀ ਤਿਆਰ ਹੋ ਰਹੀ ਸੀ ਉਹਨਾਂ ਦੇਸ਼ਾਂ ਨੇ ਪਹਿਲਾਂ ਹੀ ਬੁੱਕ ਕਰਤੀ ਸੀ ਪੈਸੇ ਦੇ ਕੇ। ਤੁਸੀਂ ਕੋਈ ਪੈਸਾ ਹੀ ਨਹੀਂ ਦਿੱਤਾ ਉਹਨਾਂ ਨੂੰ। ਜਿਹੜੀਆਂ ਕੰਪਨੀਆਂ ਸੀ, ਕੰਪਨੀਆਂ ਤਾਂ ਪ੍ਰਾਈਵੇਟ ਹੀ ਨੇ ਜਿਹੜੀਆਂ ਸਾਰੀਆਂ ਨੇ। ਔਰ ਜਦ ਇਸੇ ਤੁਸੀਂ ਪ੍ਰੈਸ਼ਰ ਪਾਉਣ ਲੱਗੇ, ਫਿਰ ਉਹ ਪੂਨਾ ਵਾਲਾ ਜਿਹੜਾ ਸੀਗਾ ਭਾਰਤ ਬਾਇਓਟੈਕਨੋਲੋਜੀ ਵਾਲਾ, ਉਹ ਜਾ ਕੇ ਵਿਦੇਸ਼ ਬਹਿ ਗਿਆ। ਉਹ ਕਹਿੰਦਾ ਵੀ ਇੱਥੇ ਮੇਰੇ 'ਤੇ ਪ੍ਰੈਸ਼ਰ ਪੈ ਰਿਹਾ ਅਤੇ ਮੈਨੂੰ ਬਿਨਾਂ ਵਜ੍ਹਾ ਤੰਗ ਕਰ ਰਹੇ ਨੇ। ਤੁਸੀਂ ਜਦੋਂ ਆਰਡਰ ਨਹੀਂ ਦੇ ਰਹੇ, ਆਰਡਰ ਦੇ ਵਾਸਤੇ ਪੈਸਾ ਨਹੀਂ ਦੇ ਰਹੇ, ਤਾਂ ਤੁਹਾਡੇ ਲਈ ਬਚੂਗੀ ਕਿਵੇਂ? ਅਤੇ ਫਿਰ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਲੋਕ ਬਹੁਤ ਡਰਨ ਲੱਗ ਗਏ ਸੀ, ਲੋਕ ਨਹੀਂ ਸੀ ਲਵਾ ਰਹੇ। ਇਹ ਕਹਿੰਦੇ ਜੀ ਨਹੀਂ ਲਵਾਓ। ਜਦੋਂ ਲੋਕਾਂ ਦਾ ਮਨ ਬਣਿਆ ਅਤੇ ਉਦੋਂ ਹੁਣ ਫਿਰ ਸੂਬਾ ਸਰਕਾਰਾਂ ਇਹ ਕਹਿ ਰਹੀਆਂ ਨੇ, ਹਰ ਸਰਕਾਰ ਇਹ ਕਹਿ ਰਹੀ ਹੈ ਕਿ ਸਾਨੂੰ ਇੰਨੇ ਲੱਖ ਜਿੰਨੀ ਆਬਾਦੀ ਹੈ ਉਹਦੇ ਰੇਸ਼ੋ 'ਚ ਹੀ ਚਾਹੀਦੀ ਹੈ ਨਾ, ਕਿ ਸਾਨੂੰ ਇੰਨੇ ਲੱਖ ਚਾਹੀਦੀ ਹੈ, ਇੰਨੇ ਲੱਖ। ਤੁਸੀਂ ਬਿਨਾਂ ਮਤਲਬ ਦੀ ਬਿਆਨਬਾਜ਼ੀ ਕਰ ਰਹੇ ਹੋ ਕਿ 30 ਲੱਖ ਡੋਜ਼ਜ ਪਈਆਂ ਨੇ ਜੀ ਦੇਸ਼ ਦੇ ਵਿੱਚ।
ਉਹ 138 ਕਰੋੜ ਦਾ ਦੇਸ਼ ਹੈ, ਉਹਦੇ 'ਚ ਲੱਖਾਂ ਡੋਜ਼ ਦਾ ਕੀ ਮਤਲਬ ਬਣਦਾ ਹੈ? ਤੇ ਉਹ 'ਚ ਕਰੋੜਾਂ ਡੋਜ਼ ਜੇ ਨਹੀਂ ਹੋਣਗੀਆਂ ਤੁਹਾਡੇ ਕੋਲ ਅਵੇਲੇਬਲ ਤਾਂ ਕਿਵੇਂ ਲਾਈ ਜਾਏਗੀ ਵੈਕਸੀਨ ਉਸ ਪੱਧਰ ਦੇ ਉੱਤੇ? ਇਸ ਕਰਕੇ ਬਹੁਤ ਬੜਾ ਇੱਕ ਕ੍ਰਾਈਸਿਸ ਹੈ ਤੇ ਇਹ ਐਡੀ ਜਲਦੀ ਬਣ ਵੀ ਨਹੀਂ ਰਹੀ। ਇਸੇ ਕਰਕੇ ਇੱਕ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਗਵਰਨਮੈਂਟ ਨੂੰ, ਪਰ ਸਲਾਹ ਹਜੇ ਤੱਕ ਤਾਂ ਮੰਨ ਨਹੀਂ ਰਹੀ ਸਰਕਾਰ ਕਿ ਉਹੀ ਜਿਨ੍ਹਾਂ ਕੋਲੋਂ ਪੇਟੈਂਟ ਵੀ ਹੈਗਾ, ਵੈਸੇ ਤਾਂ ਇਹਦਾ ਪੇਟੈਂਟ ਹੋਣਾ ਹੀ ਨਹੀਂ ਚਾਹੀਦਾ, ਪਰ ਫਿਰ ਵੀ ਜੇ ਹੈ ਵੀ ਹੈ ਤਾਂ ਤੁਸੀਂ ਵੱਖ-ਵੱਖ ਹੋਰ ਕੰਪਨੀਆਂ ਨੂੰ ਦਬਾਉਣ ਦੀ ਟਰਾਈ ਕਰੋ ਤਾਂ ਕਿ ਕੰਪਨੀਆਂ ਮਤਲਬ ਇਹ ਵੈਕਸੀਨ ਜ਼ਿਆਦਾ ਬਣਾ ਦੇਣ। ਜੇ ਇੱਕ ਕੰਪਨੀ ਦੀ ਸਮਰੱਥਾ ਘੱਟ ਹੈ ਤਾਂ 10 ਬਣਾਉਣਗੀਆਂ, ਜ਼ਿਆਦਾ ਬਣਾ ਦੇਣਗੀਆਂ ਤਾਂ ਕਿ ਜਲਦੀ ਹੋ ਜਾਏਗਾ। ਹੁਣ ਕੇਂਦਰ ਸਰਕਾਰ ਨੇ ਕੀ ਕੀਤਾ ਵੀ ਜੇ ਨਹੀਂ ਬਣ ਰਹੀ ਤਾਂ ਦੂਜਾ ਟੀਕਾ ਰੋਕ ਲਓ। ਜਿਹੜੇ ਲੋਕਾਂ ਨੂੰ ਪਹਿਲਾਂ ਕਿਹਾ ਗਿਆ ਸੀ ਕਿ 6 ਤੋਂ 8 ਹਫ਼ਤਿਆਂ ਦੇ ਵਿੱਚ ਤੁਹਾਡੇ ਦੂਜਾ ਟੀਕਾ ਲਾਵਾਂਗੇ, ਹੁਣ ਉਹ ਜਾਂਦੇ ਨੇ ਵਿਚਾਰੇ ਲਾਈਨਾਂ 'ਚ ਲੱਗਣ, ਮੇਰੇ ਤਾਂ ਸ਼ਾਇਦ 6 ਹਫ਼ਤੇ ਹੋ ਗਏ, ਮੇਰੇ 8 ਹਫ਼ਤੇ ਹੋ ਗਏ, ਉਹਨੂੰ ਕਹਿੰਦੇ 3 ਮਹੀਨੇ ਬਾਅਦ ਲੱਗੂਗਾ। ਬਿਲਕੁਲ। ਤੇ ਉਹ ਤੁਸੀਂ ਤਰੀਕਾ ਵਰਤਦੇ ਹੋ। ਇਹ ਕਿਹਨੇ ਕਿਹਾ ਕਿ ਵਿਗਿਆਨੀ ਨੇ ਤੁਹਾਨੂੰ ਕਿ ਵੀ ਪਹਿਲਾਂ ਤਾਂ ਇਹ ਜ਼ਰੂਰੀ ਸੀਗਾ 6 ਤੋਂ 8 ਹਫ਼ਤਿਆਂ 'ਚ, ਹੁਣ ਇਹ ਜ਼ਰੂਰੀ ਹੋ ਗਿਆ 12 ਹਫ਼ਤਿਆਂ ਤੋਂ ਬਾਅਦ? ਇਹ ਕੋਈ ਸਾਇੰਟੀਫਿਕ ਸਟੱਡੀ ਹੈ? ਕੋਈ ਵਿਗਿਆਨਕ ਤੱਥ ਨੇ? ਜੇ ਤਾਂ ਵਿਗਿਆਨਕ ਨੇ ਤਾਂ ਤੁਹਾਨੂੰ ਲੋਕਾਂ ਨੂੰ ਦੱਸੋ ਕਿ ਕਿਵੇਂ ਇਹ ਗੱਲ ਠੀਕ ਹੈ। ਇਹ ਸਾਰੀਆਂ ਗੱਲਾਂ ਲੋਕਾਂ 'ਚ ਭਰੋਸਾ ਲੋਕਾਂ ਦਾ ਉਠਾਉਂਦੀਆਂ ਨੇ। ਜਦੋਂ ਲੋਕਾਂ ਦੇ ਭਰੋਸੇ ਉੱਠਦੇ ਨੇ ਗੌਰਮੈਂਟਾਂ ਤੋਂ ਜਾਂ ਬਾਕੀ ਸਿਸਟਮ ਤੋਂ, ਤਾਂ ਇਹਦਾ ਮਤਲਬ ਇਹ ਹੋ ਜਾਂਦਾ ਕਿ ਲੋਕ ਤਿਆਰ ਨਹੀਂ ਹੁੰਦੇ। ਜੋ ਵੀ ਤੁਸੀਂ ਮਰਜ਼ੀ ਗੱਲ ਕਹੋ, ਜੇ ਕਦੇ ਠੀਕ ਵੀ ਗੱਲ ਕਹੋਗੇ ਤਾਂ ਉਹ ਵੀ ਮੰਨਣ ਲਈ ਤਿਆਰ ਨਹੀਂ ਹੋਣਗੇ। ਕਿਉਂ ਤਿਆਰ ਹੋਣ? ਉਹ ਸਵਾਲ ਤਾਂ ਕਰਨਗੇ ਕਿ ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਠੀਕ। ਤੇ ਲੋਕਾਂ ਦੀ ਇਹ ਹੱਕ ਹੈ ਕਿ ਉਹ ਤੁਹਾਡੇ ਤੇ ਸਵਾਲ ਕਰਨ ਵੀ ਮੈਂ ਵੈਕਸੀਨ ਲਵਾਉਣੀ ਆ, ਮੈਂ ਕਿਉਂ ਬਣਾਵਾਂ? ਮੈਨੂੰ ਜਿਹੜਾ ਤੁਸੀਂ ਡਾਕਟਰ ਜਾਂ ਜਿਹੜੇ ਲੋਕ ਭੇਜ ਰਹੇ ਹੋ ਉਹ ਸੰਤੁਸ਼ਟ ਕਰਨਾ ਕਿ ਇਹ ਗੱਲ ਠੀਕ ਹੈ। ਮੇਰੇ ਸਵਾਲਾਂ ਦਾ ਜਵਾਬ ਦੇਣ, ਮੈਂ ਸੰਤੁਸ਼ਟ ਹੋ ਜਾਊਗਾ। ਬੰਦਾ ਮਰਨਾ ਤਾਂ ਕੋਈ ਨਹੀਂ ਚਾਹੁੰਦਾ, ਜਿਉਣਾ ਚਾਹੁੰਦਾ ਹੈ। ਜੇ ਤੁਸੀਂ ਇਹ ਜਚਾ ਦਿੰਦੇ ਹੋ ਕਿ ਬਿਮਾਰੀ ਨਾਲ ਤੂੰ ਮਰ ਰਿਹਾ ਹੈ ਔਰ ਆਹ ਵੈਕਸੀਨ ਤੈਨੂੰ ਬਚਾ ਦਊਗੀ ਤੇ ਉਹ ਵੀ ਫ੍ਰੀ ਲੱਗੂਗੀ, ਤਾਂ ਵੀ ਲੋਕ ਨਹੀਂ ਲਵਾ ਰਹੇ। ਕੋਈ ਕਾਰਨ ਤਾਂ ਹੈ ਨਾ। ਕਾਰਨ ਤਾਂ ਉਹ ਗੈਪ ਦਾ ਹੀ ਕਾਰਨ ਹੈ ਕਿ ਤੁਸੀਂ ਨਹੀਂ ਲੋਕਾਂ ਨਾਲ ਕੋਈ ਤਾਲਮੇਲ ਉਸ ਲੈਵਲ ਤੇ ਉੱਤੇ ਰੱਖ ਰਹੇ। ਉੱਧਰ ਆਪਣੇ ਮੰਜੇ ਹੇਠ ਛੋਟੇ ਫੇਰਨ ਦਾ ਸਵਾਲ ਹੈ, ਕੇਵਲ ਲੋਕਾਂ ਨੂੰ ਦੋਸ਼ ਦੇਣ ਦਾ ਸਵਾਲ ਨਹੀਂ ਹੈ। ਔਰ ਉੱਧਰ ਧਿਆਨ ਅਜੇ ਵੀ ਬਹੁਤ ਜ਼ਿਆਦਾ ਸਿਆਸੀ ਤੌਰ 'ਤੇ ਵੀ, ਬਾਕੀ ਵੀ ਸਾਡੇ ਸਿਆਸੀ ਲੀਡਰ ਵੀ, ਬਿਊਰੋਕਰੇਟ ਵੀ, ਬਾਕੀ ਵੀ ਨਿਕਲ ਹੀ ਨਹੀਂ ਰਹੇ ਲੋਕਾਂ ਨਾਲ ਸੰਵਾਦ ਰਚਾਉਣ ਦੇ ਵਾਸਤੇ। ਤਾਂ ਉਹ ਆਪਣੇ ਆਪਣੇ ਘੁਰਨਿਆਂ 'ਚ ਵੜ ਕੇ ਬਸ ਗੱਲਾਂ ਕਹਿ ਰਹੇ ਨੇ, ਜਾਂ ਐਡਵਰਟਾਈਜ਼ਮੈਂਟ ਜਾਂ ਬਾਕੀ ਦੀਆਂ ਲੋਕਾਂ ਨਾਲ ਸਿੱਧੇ ਤਾਲਮੇਲ ਦੇ ਵਿੱਚ ਆਉਣ ਤੋਂ ਝਿਜਕ ਰਹੇ ਨੇ, ਜਾਂ ਉਹਨਾਂ ਨੂੰ ਆਪਣੀ ਉਹ ਜਾਨ ਪਿਆਰੀ ਆ, ਲੋਕ ਜਿੱਥੇ ਮਰਜ਼ੀ ਜਾਣ। ਇਸ ਲਈ ਸੋਚਣ ਦਾ ਸਵਾਲ ਹੁੰਦਾ, ਸੰਕਟ ਦੇ ਵਿੱਚ ਜਿਹੜੇ ਸੈਨਾਪਤੀ ਹੁੰਦੇ ਨੇ ਜਾਂ ਜਿਹੜੇ ਅਗਵਾਈ ਕਰਦੇ ਲੋਕ, ਹੁਣ ਕਿਸਾਨ ਆਗੂ ਨੇ ਸੰਕਟ 'ਚ ਬੈਠੇ ਨੇ, ਉਹ ਉੱਥੇ ਬੈਠੇ ਨੇ ਨਾ, ਉਹਨਾਂ ਦੇ ਨਾਲ ਬੈਠੇ ਨੇ, ਉਹਨਾਂ 'ਚ ਤੁਰੇ ਫਿਰਦੇ ਨੇ। ਜੋ ਆਪ ਆ ਕੇ ਕਹਿਦਾ ਕਰਨ ਕਿ ਮੈਂ ਤਾਂ ਜੀ ਇਹਦੇ 'ਤੇ ਟੈਲੀਵਿਜ਼ਨ 'ਤੇ ਹੀ ਤੁਹਾਨੂੰ ਕਹੂੰਗਾ, ਮੈਂ ਸੋਸ਼ਲ ਮੀਡੀਆ 'ਤੇ ਕਹੂੰਗਾ, ਤੁਸੀਂ ਉੱਥੇ ਅੰਦੋਲਨ ਕਰਦੇ ਰਹੋ, ਫਿਰ ਤਾਂ ਹੋ ਗਿਆ ਅੰਦੋਲਨ। ਜਿਹੜੇ ਕੰਮ ਤੁਸੀਂ ਕਰਾਉਣਾ ਹੈ ਲੋਕਾਂ ਤੋਂ, ਉਹਦੇ ਵਿੱਚ ਸ਼ਾਮਲ ਹੋਣਾ ਪੈਂਦਾ, ਉਹਦੇ ਵਿੱਚ ਸ਼ਮੂਲੀਅਤ, ਸਰਗਰਮ ਸ਼ਮੂਲੀਅਤ ਕਰਨੀ ਪੈਂਦੀ ਹੈ। ਫਿਰ ਲੋਕਾਂ ਦਾ ਭਰੋਸਾ ਤੁਹਾਡੇ 'ਤੇ ਬਣਦਾ ਹੈ। ਸਰਕਾਰਾਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।